Hello and welcome to Chetan Bharat Learning, and also welcome to Daily Polity MCQ Practice Series. ਇਸ ਤੋਂ ਪਹਿਲਾਂ ਕਿ ਅੱਜ ਦੇ ਕੁਐਸਚਨ ਕਰੀਏ, ਇੱਕ ਇੰਪੋਰਟੈਂਟ ਇਨਫੋਰਮੇਸ਼ਨ ਮੇਰਾ ਖਿਆਲ ਤੁਹਾਡੇ ਤੱਕ ਖਬਰ ਪਹੁੰਚ ਵੀ ਗਈ ਹੋਗੀ ਸਾਰੇ ਐਸਪੀਰੈਂਟਸ ਤੱਕ ਕਿ ਪਬਲਿਕ ਨੋਟਿਸ ਇਸ਼ੂ ਕਰਕੇ ਪੀਪੀਐਸਸੀ ਨੇ ਪੀਸੀਐਸ ਪੋਸਟ ਦੇ ਵਿੱਚ ਵਾਧਾ ਕੀਤਾ। ਸੋ ਜਿੱਥੇ ਪਹਿਲਾਂ 46 ਐਸਡੀਐਮ ਰਿਕਰੂਟ ਕਰਨੇ ਸੀਗੇ, ਹੁਣ 3 ਨਵੇਂ ਐਸਡੀਐਮ ਦੀ ਔਰ ਪੋਸਟ ਐਡ ਕਰ ਦਿੱਤੀ ਗਈ। ਟੋਟਲ 49 ਐਸਡੀਐਮਸ ਵਿਲ ਬੀ ਸਿਲੈਕਟਡ। ਦੈਨ ਕਮ ਟੂ ਤਹਿਸੀਲਦਾਰ ਪੋਸਟ। ਸੋ ਪਹਿਲਾਂ 27 ਪੋਸਟ ਦੇ ਅਗੇਂਸਟ ਰਿਕਰੂਟਮੈਂਟ ਮੰਗੀ ਗਈ ਸੀਗੀ, ਹੁਣ 6 ਹੋਰ ਤਹਿਸੀਲਦਾਰ ਦੀ ਪੋਸਟ ਐਡ ਕਰ ਦਿੱਤੀਆਂ ਗਈਆਂ ਨੇ। ਸੋ 33 ਤਹਿਸੀਲਦਾਰ ਵਿਲ ਬੀ ਰਿਕਰੂਟਡ। ਸੋ ਓਵਰਆਲ ਪੋਸਟ ਵੀ 331 ਤੱਕ ਪਹੁੰਚ ਚੁੱਕੀਆਂ ਨੇ, ਜੋ ਰਿਕਾਰਡ ਮਾਰਜਨ ਦੇ ਵਿੱਚ ਪੋਸਟਾਂ ਕੱਢੀਆਂ ਗਈਆਂ ਨੇ। ਇਸ ਤੋਂ ਪਹਿਲਾਂ ਕਦੇ ਇੰਨੇ ਨੰਬਰ ਦੇ ਵਿੱਚ ਪੋਸਟ ਨਹੀਂ ਆਈ। ਅੱਗੇ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਨੀਅਰ ਟਾਈਮ ਦੇ ਵਿੱਚ ਇੰਨੀ ਜ਼ਿਆਦਾ ਪੋਸਟ ਦੇ ਅਗੇਂਸਟ ਰਿਕਰੂਟਮੈਂਟ ਸ਼ਾਇਦ ਨਾ ਕੀਤੀ ਜਾਵੇ। ਸੋ ਆਲ ਦ ਮੋਰ ਰੀਜ਼ਨ ਟੂ ਪ੍ਰਿਪੇਅਰ ਬੈਟਰ ਦੈਨ ਦ ਬੈਸਟ। ਨਾਓ ਵੀ ਕਮ ਟੂ ਆਵਰ ਟੌਪਿਕ। ਆਪਾਂ ਯੂਨੀਅਨ ਐਂਡ ਸਟੇਟ ਰਿਲੇਸ਼ਨ ਡਿਸਕਸ ਕਰ ਰਹੇ ਹਾਂ। ਪਿਛਲੇ ਲੈਕਚਰ ਦੇ ਵਿੱਚ ਆਪਾਂ ਕਨਸਟੀਟਿਊਸ਼ਨਲ ਪ੍ਰੋਵੀਜ਼ਨ ਰਿਗਾਰਡਿੰਗ ਦੀ ਯੂਨੀਅਨ ਐਂਡ ਸਟੇਟ ਰਿਲੇਸ਼ਨਸ ਡਿਸਕਸ ਕੀਤੀਆਂ ਸੀਗੀਆਂ, ਤੇ ਅੱਜ ਆਪਾਂ ਫੋਕਸ ਕਰਾਂਗੇ ਕਨਸੈਪਟ ਆਫ ਫੈਡਰਲਿਜ਼ਮ। ਫੈਡਰਲਿਜ਼ਮ ਦਾ ਕਨਸੈਪਟ ਕੀ ਹੈ, ਇੰਡੀਆ ਦੇ ਵਿੱਚ ਇਹ ਕਿਸ ਤਰੀਕੇ ਨਾਲ ਆਪਰੇਟ ਹੁੰਦਾ ਹੈ। Let's begin with the very first question. Consider following statements with reference to the Union of India. The Indian Federation is the result of an agreement among the states. Second, the Indian Federation is union as it is indestructible. And then Dr. Ambedkar observed that country is an integral whole and divided into different states only for the convenience of the administration. And find how many statements are correct. So here it comes that ਇਹ ਤਿੰਨੋਂ ਹੀ ਸਟੇਟਮੈਂਟ ਡਾਕਟਰ ਅੰਬੇਡਕਰ ਦੀ ਹੀ ਸਟੇਟਮੈਂਟ ਤੇ ਬੇਸ ਕਰਕੇ ਡਰਾਈਵ ਕੀਤੀਆਂ ਗਈਆਂ ਨੇ। ਜਦੋਂ ਕਨਸਟੀਟਿਊਐਂਟ ਅਸੈਂਬਲੀ ਦੇ ਵਿੱਚ ਡਿਬੇਟ ਹੋਇਆ ਕਿ ਵੈਸੇ ਕਨਸਟੀਟਿਊਸ਼ਨ ਦੇ ਵਿੱਚ ਆਪਾਂ ਫੈਡਰਲਿਜ਼ਮ ਰੱਖਣ ਦਾ ਦਾਅਵਾ ਕਰ ਰਹੇ ਹਾਂ, ਲੇਕਿਨ ਆਰਟੀਕਲ 1 ਦੇ ਵਿੱਚ ਆਪਾਂ ਯੂਨੀਅਨ ਆਫ ਇੰਡੀਆ ਵਰਡ ਯੂਜ਼ ਕੀਤਾ ਹੈ, ਤਾਂ ਆਪਾਂ ਯੂਨੀਅਨ ਹੈ ਜਾਂ ਫੈਡਰਲ ਹੈ, ਇਸ ਤੇ ਕਲੈਰਿਟੀ ਚਾਹੀਦੀ ਸੀਗੀ। ਤਾਂ ਡਾਕਟਰ ਅੰਬੇਡਕਰ ਦੇ ਡਿਸਕੋਰਸ ਦੇ ਵਿੱਚੋਂ ਆ ਸਾਰੀਆਂ ਚੀਜ਼ਾਂ ਆਈਆਂ ਸੀ। ਸੋ ਵਟ ਇੰਡੀਅਨ ਫੈਡਰੇਸ਼ਨ ਇਜ਼ ਦ ਰਿਜ਼ਲਟ ਆਫ ਐਨ ਐਗਰੀਮੈਂਟ ਅਮੰਗ ਦ ਸਟੇਟ? ਨੋ ਸਰ। ਸਗੋਂ ਡਾਕਟਰ ਅੰਬੇਡਕਰ ਨੇ ਕੈਟੇਗੋਰੀਕਲੀ ਕਿਹਾ ਸੀਗਾ ਇੰਡੀਆ ਇਜ਼ ਨਾਟ ਅ ਰਿਜ਼ਲਟ ਆਫ ਕੰਟਰੈਕਟ ਲਾਈਕ ਯੂਐਸ। ਸੋ 4 ਜੁਲਾਈ 1776 ਨੂੰ ਜਦੋਂ ਯੂਐਸ ਦੀ 13 ਕਲੋਨੀਜ਼ ਆਜ਼ਾਦ ਹੋਈ ਬ੍ਰਿਟਿਸ਼ਰਸ ਤੋਂ, ਤਾਂ ਇੱਕ ਟੇਬਲ ਤੇ ਆ ਕੇ ਬੈਠ ਕੇ ਕੰਟਰੈਕਟ ਕੀਤਾ ਕਿ ਚਲੋ ਆਪਾਂ ਇੱਕ ਮੁਲਕ ਬਣਾ ਲੈਂਦੇ ਹਾਂ। ਇਹ 13 ਅੱਡ-ਅੱਡ ਕੰਟਰੀਜ਼ ਵੀ ਹੋ ਸਕਦੀਆਂ ਸੀ, ਮਿਲ ਕੇ ਇੱਕ ਮੁਲਕ ਬਣਾ ਲਿਆ। ਐਗਰੀਮੈਂਟ ਦਾ ਰਿਜ਼ਲਟ ਹੈ ਯੂਐਸ। ਬਾਅਦ ਦੇ ਵਿੱਚ ਵਾਧਾ ਹੁੰਦਾ ਅੱਜ 50 ਸਟੇਟ ਨੇ। ਬਟ ਇੰਡੀਆ ਸਟੇਟਸ ਦੇ ਵਿੱਚ ਕਦੇ ਇਸ ਤਰ੍ਹਾਂ ਦਾ ਕੋਈ ਐਗਰੀਮੈਂਟ ਨਹੀਂ ਹੋਇਆ। ਇੰਡੀਆ ਆਰਗੈਨਿਕਲੀ ਪਹਿਲਾਂ ਤੋਂ ਹੀ, ਕਦੇ ਇਹਨੂੰ ਭਾਰਤ ਵਰਸ਼ ਕਦੇ ਹਿੰਦੁਸਤਾਨ ਕਿਹਾ ਜਾਂਦਾ ਸੀਗਾ, ਆਰਗੈਨਿਕਲੀ ਇੰਡੀਆ ਹੀ ਸੀ। ਸੋ ਆਪਾਂ ਐਗਰੀਮੈਂਟ ਦਾ ਰਿਜ਼ਲਟ ਨਹੀਂ ਆ। ਸੈਕੰਡ, ਇੰਡੀਅਨ ਫੈਡਰੇਸ਼ਨ ਇਜ਼ ਅ ਯੂਨੀਅਨ ਐਜ਼ ਇਟ ਇਜ਼ ਇਨਡਿਸਟ੍ਰਿਕਟੇਬਲ। ਸੋ ਹਾਂ ਸਰ, ਇੰਡੀਆ ਯੂਨੀਅਨ ਹੈ ਔਰ ਇਨਡਿਸਟ੍ਰਿਕਟੇਬਲ ਹੈ। ਮਤਲਬ ਇੱਥੇ ਪੰਜਾਬ ਤੋਂ ਹਰਿਆਣਾ ਤਾਂ ਕੱਢਿਆ ਜਾ ਸਕਦਾ ਹੈ, ਜਾਂ ਆਂਧਰ ਪ੍ਰਦੇਸ਼ ਤੋਂ ਤੇਲੰਗਾਨਾ ਆਪਾਂ ਬਣਾ ਸਕਦੇ ਹਾਂ, ਬਟ ਯੂਨੀਅਨ ਨੂੰ ਨਹੀਂ ਤੋੜ ਸਕਦਾ। ਇੱਥੋਂ ਕੋਈ ਟੁੱਟ ਕੇ ਅਲੱਗ ਹੋ ਕੇ ਮੁਲਕ ਨਹੀਂ ਬਣਾ ਸਕਦਾ। ਨੋ ਰਾਈਟ ਟੂ ਸੀਟ, ਕੋਈ ਕਨਸਟੀਟਿਊਸ਼ਨਲ ਪ੍ਰੋਵੀਜ਼ਨ ਉਹਦੇ ਰਿਗਾਰਡਿੰਗ ਨਹੀਂ ਹੈ। ਐਂਡ ਦੈਨ ਥਰਡ, ਡਾਕਟਰ ਅੰਬੇਡਕਰ ਨੇ ਕੈਟੇਗੋਰੀਕਲੀ ਕਿਹਾ ਸੀਗਾ, ਕਹਿੰਦੇ ਯਾਰ ਆਪਾਂ ਇਸ ਕਨਸਟੀਟਿਊਸ਼ਨ ਦੇ ਥਰੂ ਇੱਕ ਇੰਟੀਗਰਲ ਕੰਟਰੀ ਬਣਾ ਰਹੇ ਹਾਂ। ਸਟੇਟ ਤਾਂ ਆਪਾਂ ਐਸ ਕਰਕੇ ਬਣਾ ਰਹੇ ਹਾਂ, ਜਾਂ ਇਸ ਦੇਸ਼ ਨੂੰ ਸਟੇਟ ਦੇ ਵਿੱਚ ਆਪਾਂ ਤਾਂ ਵੰਡ ਰਹੇ ਹਾਂ ਤਾਂ ਜੋ ਐਡਮਿਨਿਸਟ੍ਰੇਟਿਵ ਕਨਵੀਨੀਅੰਸ ਰਹਿ ਸਕੇ, ਆਪਾਂ ਐਡਮਿਨਿਸਟ੍ਰੇਸ਼ਨ ਵਧੀਆ ਚਲਾ ਸਕੇ। ਇੰਨੇ ਵੱਡੇ ਮੁਲਕ ਨੂੰ ਇੱਕ ਸੈਂਟਰਲ ਅਥਾਰਟੀ ਤੋਂ ਨਹੀਂ ਚਲਾਇਆ ਜਾ ਸਕਦਾ। ਸੋ ਹੇਅਰ ਓਨਲੀ 2 statements are correct. Coming to which is the most appropriate statement describing Indian federalism as asymmetric federalism. ਬਹੁਤ ਸਾਰੇ ਵਰਡ ਆਪਾਂ ਫੈਡਰਲਿਜ਼ਮ ਨਾਲ ਡੀਲ ਕਰਦੇ ਹਾਂ, ਜਿਵੇਂ ਆਪਾਂ ਕਹਿੰਦੇ ਹਾਂ ਸਿਮੈਟਰੀ ਫੈਡਰਲਿਜ਼ਮ, ਅਸਿਮੈਟ੍ਰਿਕ ਫੈਡਰਲਿਜ਼ਮ, ਕੋਆਪਰੇਟਿਵ ਫੈਡਰਲਿਜ਼ਮ, ਕੰਪੀਟੀਟਿਵ ਫੈਡਰਲਿਜ਼ਮ। ਸੋ ਇਹਦੇ ਵਿੱਚੋਂ ਕਿਹੜੀ ਸਟੇਟਮੈਂਟ ਹੈ ਜੋ ਬੈਸਟ ਡਿਸਕ੍ਰਾਈਬ ਕਰਦੀ ਹੈ, ਮੋਸਟ ਐਪਰੋਪਰੀਏਟ ਹੈ ਕਿ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਅਸਿਮੈਟ੍ਰਿਕ ਫੈਡਰਲਿਜ਼ਮ ਦਿੱਤਾ ਗਿਆ ਹੈ? ਸੋ ਜਦੋਂ ਵੀ ਇਸ ਤਰ੍ਹਾਂ ਦਾ ਕੁਐਸਚਨ ਆਉਂਦਾ ਕਿ ਮੋਸਟ ਐਪਰੋਪਰੀਏਟ, ਇੱਥੇ ਜ਼ਿਆਦਾਤਰ ਇੱਕ ਤੋਂ ਵੱਧ ਸਟੇਟਮੈਂਟ ਸਹੀ ਲੱਗਦੀਆਂ ਨੇ, ਬਟ ਆਪਾਂ ਨੂੰ ਬੈਸਟ ਵਨ ਚੂਜ਼ ਕਰਨੀ ਹੁੰਦੀ ਹੈ। ਸੋ ਹੇਅਰ ਇਟ ਕਮ, ਸਮ ਸਟੇਟਸ ਆਰ ਗਿਵਨ ਸਪੈਸ਼ਲ ਸਟੇਟਸ ਐਂਡ ਪ੍ਰਿਵਿਲੇਜ। ਇਹਨੂੰ ਹੋਲਡ ਤੇ ਰੱਖਦੇ ਹਾਂ। ਅਗਲੀ, Indian constitution has numerous unitary and non-federal features. The union enjoys unbridled power and authority. अच्छा, ये statement गलत है। यूनियन को unbridled power नहीं है, मतलब कि सेंटर दी पावर ਦੇ ਉੱਤੇ ਕੋਈ ਰੋਕ ਨਹੀਂ। ਸਰ ਬਹੁਤ ਸਾਰੀ ਰੋਕਾਂ ਨੇ।
ਕਨਸਟੀਟਿਊਸ਼ਨਲਿਜ਼ਮ ਦੀ ਰੋਕ ਹੈ, ਬੇਸਿਕ ਸਟਰਕਚਰ ਦੀ ਰੋਕ ਹੈ, ਅਨਬ੍ਰਿਡਲਡ ਪਾਵਰ ਨਹੀਂ ਹੈ ਉਹਦੇ ਕੋਲ। ਦੈਨ ਸਮ ਸਟੇਟਸ ਡੂ ਨਾਟ ਹੈਵ ਲੈਜਿਸਲੇਟਿਵ ਕਾਉਂਸਲਸ, तो सिर्फ 6 राज्यों ਦੇ ਵਿੱਚ ਹੀ ਲੈਜਿਸਲੇਟਿਵ ਕਾਉਂਸਲ ਹੈ ਅਸੈਂਬਲੀ ਦੇ ਨਾਲ, ਬਾਕੀ ਰਾਜਾਂ ਦੇ ਵਿੱਚ ਇੱਕ ਹਾਊਸ ਹੈ। एंड देन ये कह रहा है कि बहुत सारे यूनिटरी तो नॉन यूनिटरी फीचर्स भी ने, कुछ यूनिटरी फीचर हैं, कुछ फेडरल हैं। हुण ये सही जी लगता नहीं कि हाँ शायद ऐसे करके सिमेट्रिक फेडरलिज्म हो, बट असिमेट्रिक फेडरलिज्म ਨੂੰ सब तो चंगी तरह बयान कर दिया कि some states are enjoying special power privileges and some states are not enjoying। ਜਿਵੇਂ ਕਿ ਪਾਰਟ 21, और ये ਆਪਾਂ पॉलिटिक्स की गल नहीं कर रहे हैं, कॉन्स्टिट्यूशनल स्कीम की गल कर रहे हैं। पार्ट 21 प्रोवाइड्स फॉर टेंपरेरी, ट्रांजिशनल एंड स्पेशल प्रोविजनस, ਜਿਹਦੇ ਵਿੱਚ ਪਹਿਲਾਂ ਆਰਟੀਕਲ 370 ਦੇ ਥਰੂ ਜੰਮੂ ਐਂਡ ਕਸ਼ਮੀਰ ਨੂੰ ਸਪੈਸ਼ਲ ਸਟੇਟਸ ਸੀਗਾ, ਚਲੋ 370 ਐਬਰੋਗੇਟ ਕਰਤਾ, ਬਟ ਉਸ ਤੋਂ ਬਾਅਦ 371, 371A, B, C, D, E, F ਬਹੁਤ ਸਾਰੇ ਵੱਖੋ ਵੱਖ ਰਾਜਾਂ ਨੂੰ ਕੁਝ ਸਪੈਸ਼ਲ ਪ੍ਰੋਵੀਜ਼ਨਸ ਦਿੱਤੀਆਂ ਗਈਆਂ ਜੋ ਬਾਕੀ ਰਾਜਾਂ ਕੋਲੇ ਨਹੀਂ ਹੈ। तो ਜਦੋਂ ਕੁਝ ਰਾਜਾਂ ਕੋਲੇ ਸਪੈਸ਼ਲ ਪ੍ਰੋਵੀਜ਼ਨ ਹੈ, ਕੁਝ ਰਾਜਾਂ ਕੋਲੇ ਨਹੀਂ ਹੈ, ਤਾਂ ਇੱਕ ਅਸਿਮੈਟ੍ਰਿਕ ਫੈਡਰਲਿਜ਼ਮ ਬਣਦਾ ਹੈ। ਅਨਲਾਈਕ ਯੂਐਸ ਜਿੱਥੇ ਸਾਰੇ ਹੀ ਰਾਜਾਂ ਕੋਲੇ ਸੇਮ ਪਾਵਰਸ ਦਿੱਤੀਆਂ ਹੋਈਆਂ ਨੇ। ਜਿਵੇਂ ਇੱਕ ਐਗਜ਼ਾਮਪਲ ਇਹਦਾ ਇਹ ਵੀ ਹੋ ਸਕਦਾ ਕਿ ਰਾਜ ਸਭਾ ਦੇ ਵਿੱਚ ਯੂਐਸ ਦੇ ਵਿੱਚ ਸਾਰੇ ਸਟੇਟ ਤੋਂ 2 ਹੀ ਮੈਂਬਰ ਜਾਂਦੇ ਨੇ, ਸਾਡੇ ਰਾਜ ਸਭਾ ਦੇ ਵਿੱਚ ਹਰ ਸਟੇਟ ਨੂੰ ਉਹਦੀ ਪੋਪੂਲੇਸ਼ਨ ਦੇ ਮੁਤਾਬਿਕ ਰਿਪਰੈਜ਼ੈਂਟੇਸ਼ਨ ਦਿੱਤਾ ਗਿਆ, ਉੱਥੇ ਵੀ ਸਿਮੈਟਰੀ ਨਜ਼ਰ ਨਹੀਂ ਆਉਂਦੀ ਹੈ। ਸੋ A is our answer. Coming to, in the context of Indian federalism, consider the following statement and find how many statements are correct. The parliament can change the area, boundary and name of any state by special majority. What is your guess? Yes, parliament can change the area, the boundary, even the name. Uttaranchal to Uttarakhand kar dena. So parliament can increase the area of any state, decrease the area of any state, or alter even states ਨੂੰ ਬਾਈਫਰਕੇਟ, ਟ੍ਰਾਈਫਰਕੇਟ ਵੀ ਕੀਤਾ ਜਾ ਸਕਦਾ ਹੈ। ਇੱਥੇ ਤੱਕ ਕਿ ਜੰਮੂ ਐਂਡ ਕਸ਼ਮੀਰ ਦੇ ਕੇਸ ਦੇ ਵਿੱਚ ਸੁਪਰੀਮ ਕੋਰਟ ਹੋਲਡ that Parliament under Article 3 enjoys the power to convert a state into UT, that is also constitutionally valid. But ਕੀ ਇਹ ਸਪੈਸ਼ਲ ਮੈਜੋਰਿਟੀ ਰਾਹੀਂ ਹੁੰਦਾ? ਸੋ ਯਾਦ ਰੱਖਣਾ ਆਰਟੀਕਲ 4 ਡਿਮਾਂਡ ਕਰਦਾ ਹੈ ਇਹ ਸਿੰਪਲ ਮੈਜੋਰਿਟੀ ਨਾਲ ਹੋ ਜਾਊਗਾ। ਸੋ ਮਚ ਸੋ ਦੈਟ ਕਿ ਜੇ ਨਵਾਂ ਸਟੇਟ ਬਣ ਰਿਹਾ ਹੈ ਤਾਂ ਆਪਾਂ ਨੂੰ ਸ਼ਡਿਊਲ 1 ਦੇ ਵਿੱਚ ਤੇ ਸ਼ਡਿਊਲ 4 ਦੇ ਵਿੱਚ ਚੇਂਜਸ ਕਰਨੇ ਪੈਂਦੇ ਨੇ। ਨੇਮ ਦੀ ਐਂਟਰੀ ਕਰਨੀ ਪੈਣੀ ਹੈ, ਬਾਉਂਡਰੀ ਦੱਸਣੀ ਪੈਣੀ ਹੈ ਤੇ ਸ਼ਡਿਊਲ 4 ਰਾਜ ਸਭਾ ਦੀ ਸੀਟ ਦੀ ਐਲੋਕੇਸ਼ਨ ਕਰਨੀ ਪੈਣੀ ਹੈ। So even that amendment is done by simple majority, not the special one. Then second, during national emergency, Parliament can legislate on a state list. Yes, sir. Under Article 250, it is written that during the national emergency, state list will behave like concurrent list. Parliament state topic the law bana sakta. Then states cannot remove officers of all India services from their service. So when we talk about all India services, the ultimate control is in the hand of central government and immediate control like transfer, posting, this is enjoyed by the state government. So all India service, IS, IPS and forest services, ਇਹਨਾਂ ਦੇ officers ਨੂੰ ਜੇ ਇਹਨਾਂ ਦੀ post ਤੋਂ ਹਟਾਣਾ ਹੈ power center ਕੋਲ ਹੈ। DOPT, Department of Personnel and Training, and UPSC will also be involved. So this statement is also correct. Here only 2 statements are correct. How many of the following statements promote cooperative federalism? Now, what is the concept of cooperative federalism? So, cooperative federalism is basically an Australian idea. So, a idea कहता है just mere division of power between the federal units. It's not the end. Rather, it is having instrumental value for the welfare of people. और इस डिवीजन ऑफ पावर के थ्रू जो भी फेडरल यूनिट्स हैं, सेंटर है, स्टेट आपस में ये आपस कोऑपरेट करके चलेंगे। देयर शुड बी नॉट डिस्कॉर्ड, देयर शुड नॉट बी डिस्प्यूट, रादर हार्मनी बिटवीन द फेडरल यूनिट्स। एक दूसरे ਨੂੰ सप्लीमेंट करेंगे, एक दूसरे ਨੂੰ सप्लीमेंट नहीं करेंगे। तो फिर ये पूछा जा रहा है कि ये ਜਿਹੜੀ प्रोविजनस ਦਿੱਤੀਆਂ ਹੋਈਆਂ ਨੇ ਕਿਹੜੀ-ਕਿਹੜੀ ਕੋਆਪਰੇਟਿਵ ਫੈਡਰਲਿਜ਼ਮ ਨੂੰ ਪ੍ਰਮੋਟ ਕਰਦੀ ਹੈ। ਜਿਵੇਂ ਗ੍ਰੈਨਵਿਲੇ ਆਸਟਨ ਦੀ ਕੋਟ ਹੈ that Indian constitution is embodiment of cooperative federalism. So let's check. Interstate Council, sir, under Article 263, President can create under Interstate Council for any matter of public importance. तो सारे राज्य आ जाएंगे, सेंटर आ जाऊगा। 1990 ਤੋਂ ਬਾਅਦ ਸਰਕਾਰੀ ਕਮਿਸ਼ਨ ਰਿਪੋਰਟ ਤੇ ਆਪਾਂ ਇਹਨੂੰ ਪਰਮਨੈਂਟ ਇੰਟਰਸਟੇਟ ਕਾਉਂਸਲ ਕਰ ਚੁੱਕੇ ਹਾਂ। ਸੋ ਯਸ ਸਰ, ਸਾਰੇ ਆਪਸ ਬੈਠ ਕੇ ਗੱਲਬਾਤ ਕਰ ਲੈਣਗੇ, ਕੋਆਪਰੇਸ਼ਨ ਵਧੂਗਾ।
Then distribution of judicial powers between the Supreme Court and High Court, blatantly wrong. तो याद रखना साडे कोल फेडरल जुडिशरी है ही नहीं, साडे कोल है यूनिफाइड इंटीग्रेटेड जुडिशरी, कोई डिवीजन ऑफ पावर नहीं, सुप्रीम कोर्ट दी ही पावर हेठां सारे कोर्ट कम करनगे। देन प्रेजेंस ऑफ राज्यसभा इन द पार्लियामेंट, यस सर, क्योंकि राज्यसभा है फेडरल हाउस। बाइकैमरलिज्म एक इंपॉर्टेंट पार्ट है फेडरलिज्म ਦਾ। ਸੋ ਰਾਜ ਸਭਾ ਦੇ ਵਿੱਚ ਰਾਜ ਆਪਣੇ ਆਪ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਐਟ ਸੈਂਟਰਲ ਲੈਵਲ। ਸੋ ਦਿਸ ਇਜ਼ ਆਲਸੋ ਪ੍ਰੋਮੋਟਿੰਗ ਦਾ ਕੋਆਪਰੇਟਿਵ ਫੈਡਰਲਿਜ਼ਮ, ਹੈਂਸ only two statements are correct. Coming to consider the following statement regarding the cooperative federalism and find correct statement as your answer. Now competitive federalism, ਜੇ ਆਪਾਂ ਕੋਈ ਇੱਕ ਡਿਕੇਡ ਪਹਿਲਾਂ ਤਿਆਰੀ ਕਰ ਰਹੇ ਹੁੰਦੇ ਤਾਂ ਆਪਾਂ ਮੇਨਸ ਲਿਖਦੇ ਸੀਗੇ that there should be cooperation between the federalism, hence we need cooperative federalism, not the competitive federalism. ਪਹਿਲਾਂ ਸ਼ਾਇਦ ਇਹਨੂੰ ਨੈਗੇਟਿਵ ਲਿਆ ਜਾਂਦਾ ਸੀਗਾ, बट पिछले एक डिकेड तो बहुत ज्यादा प्रमोट किया जा रहा है कॉम्पिटिटिव फेडरलिज्म इन इंडिया। ये बेसिकली यूएस का कॉन्सैप्ट है। तो ये कॉन्सैप्ट कहता है जिहड़ी भी फेडरल यूनिट्स ने सेंटर ते स्टेट आपस विच ये एक दूजे तो गवर्नेंस के हर मुद्दे ते कंपीट करके चलणगे ते एक दूजे तो वधिया परफॉर्म करनगे, जिवें कि एजुकेशन, जिवें कि हेल्थ, इंफ्रास्ट्रक्चर, इन्वेस्टमेंट, इन सब ते एक दूजे नाल कंपीट करना है। तो सेंटर प्रवासी भारतीय समिट बुलाਉਂਦਾ, पंजाब प्रोग्रेसिव समिट बुला ਲੈਂਦਾ। So this is the concept of competitive federalism. So what is the statement? It refers to the horizontal relationship among the states to compete with each other to attract investments by utilizing their comparative advantage. Yes sir, it is correct. Horizontal मतलब state आपस ਦੇ ਵਿਚਕਾਰ compete ਕਰਨਗੇ ज्यादा इन्वेस्टमेंट सीख करनी। तो इन्वेस्टमेंट एक इंपॉर्टेंट पार्ट है, ईज ऑफ डूइंग बिजनेस एंड ऑल दैट थिंग। मैं हुनी पंजाब प्रोग्रेसिव समिट की गल की थी। देन इट डज नॉट इन्वॉल्व कंपटीशन बिटवीन सेंटर एंड स्टेट्स, नो सर। याद रखना कॉम्पिटिटिव फेडरलिज्म दे विच कंपटीशन वर्टिकल भी होगा, सेंटर ते स्टेट आपस कंपीट करनगे ते नाल ही स्टेट्स आपस कंपीट करनगे। सो हॉरिजॉन्टल कंपटीशन भी है। सो हियर ओनली वन स्टेटमेंट इज करेक्ट। Next, which of the following are the federal features of the Indian Constitution? जो चीज फेडरलिज्म ਨੂੰ ਪ੍ਰਮੋਟ ਕਰਦੀ ਹੈ ਉਹ ਫੀਚਰ ਕਿਹੜੇ-ਕਿਹੜੇ ਨੇ? ਜਿਵੇਂ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਯੂਨਿਟਰੀ ਫੀਚਰ ਵੀ ਨੇ ਤੇ ਫੈਡਰਲ ਫੀਚਰਸ ਵੀ ਹਨ। ਲੈਟਸ ਕਮ ਡਿਊਅਲ ਪੋਲਿਟੀ ਤੇ ਡਿਵੀਜ਼ਨ ਆਫ ਪਾਵਰ। ਸੈਂਟਰ ਦਾ ਆਪਣਾ ਪੋਲਿਟੀਕਲ ਸੈਟਅਪ ਹੈ, ਸਟੇਟ ਦਾ ਆਪਣਾ ਹੈ। ਸੈਂਟਰ ਦੇ ਵਿੱਚ ਪਾਰਲੀਮੈਂਟ, ਸਟੇਟ ਦੇ ਵਿੱਚ ਸਟੇਟ ਲੈਜਿਸਲੇਚਰ। तो यस सर, प्रमोटिंग। बट देन कम्स इंटीग्रेटेड जुडिशरी, नो सर, क्योंकि यूनिफाइड हो गई है, इत्थे पावरां स्टेट दे नाल वंडियां नहीं जा रही, तो ये फेडरल नहीं यूनिटरी फीचर है। देन बाइकैमरलिज्म, यस सर, बाइकैमरलिज्म इज एन इंपॉर्टेंट इंग्रेडिएंट ऑफ दी फेडरलिज्म। और दूजा हाउस फेडरल हाउस होना चाहिए, जिवें कि यूएस दे विच सैनेट है ते इंडिया दे विच राज्य सभा है। देन रिटन कॉन्स्टिट्यूशन, सर ये भी शर्त है, क्योंकि ये जी ड्यूअल पॉलिटी आप बनाई है, डिवीजन ऑफ पावर आप बनाई है, ये रिटन कॉन्स्टिट्यूशन के थ्रू डिसाइड की जानी चाहिए, तो फर्दर सुप्रीमेसी ऑफ द कॉन्स्टिट्यूशन भी होना चाहिए। सो हियर इट कम्स दैट 1, 3 and 4 is the correct answer. Next, consider following statements regarding zonal councils in India, जो cooperative federalism ਨੂੰ बहुत promote करदियां ने। So provision for the zonal councils has been provided under part 13 of the Indian Constitution, blatant wrong. याद रखना, zonal councils are not constitutional bodies. Zonal councils are statutory bodies. ते केड़ा एक्ट है? This is the States Reorganization Act. There are 5 zonal councils formed under the States Reorganization Act 1956. तो फजल अली कमीशन रिपोर्ट ਉਹਦੇ ਆਧਾਰ ਤੇ ਆਪਾਂ ਸਟੇਟ ਦੇ ਵੰਡ ਕਰਨੀ ਸੀਗੀ, ਤਾਂ ਫਿਰ ਆਪਾਂ ਲੈ ਕੇ ਆਏ ਸਟੇਟ ਰੀਆਰਗੇਨਾਈਜੇਸ਼ਨ ਐਕਟ। ਇਹਦੇ ਵਿੱਚ ਹੀ ਜ਼ੋਨਲ ਕਾਉਂਸਲ ਦੀ ਪ੍ਰੋਵੀਜ਼ਨ ਕੀਤੀ ਗਈ ਸੀ, ਹੈਂਸ ਜ਼ੋਨਲ ਕਾਉਂਸਲਸ ਆਰ statutory bodies. Then the Northeastern Council was not created under the States Reorganization Act, correct sir? Northeastern Council ਦੇ ਲਈ 1971 ਦੇ ਵਿੱਚ ਨਾਰਥ ਈਸਟਰਨ ਕਾਉਂਸਲਸ ਐਕਟ ਪਾਸ ਕੀਤਾ ਗਿਆ। ਐਂਡ ਦੈਨ ਜ਼ੋਨਲ ਕਾਉਂਸਲਸ ਆਰ ਐਡਵਾਈਜ਼ਰੀ ਬੋਡੀਜ਼ that make recommendation
with regard to any matter of common interest, correct statement. So ਆਪਾਂ ਕੀਤਾ ਕੀ ਹੈ, ਆਪਾਂ 5 ਜ਼ੋਨਲ ਕਾਉਂਸਲ ਕ੍ਰੀਏਟ ਕੀਤੀਆਂ, ਨਾਰਥ, ਸਾਊਥ, ਈਸਟ, ਵੈਸਟ ਤੇ ਸੈਂਟਰਲ। तो जिवें मान लो नॉर्थ जोन है, ਇਹਦੇ ਜਿੰਨੇ ਵੀ ਸਟੇਟ ਤੇ यूटी ਆਣਗੇ ਉਹਨਾਂ ਦੀ ਕਾਉਂਸਲ ਹੈ, ਆਪਸ ਵਿੱਚ ਪਲੇਟਫਾਰਮ ਤੇ ਬੈਠਣ ਤੇ ਫਿਰ ਆਪਸੀ ਇੰਟਰਸਟ ਵਾਲੇ ਮੁੱਦੇ ਜਾਂ ਡਿਸਪਿਊਟ ਵਾਲੇ ਮੁੱਦੇ ਨੂੰ ਕੰਸਲਟੇਟਿਵ ਪ੍ਰੋਸੈਸ ਨਾਲ ਹੀ ਇਹ ਸੋਲਵ ਕਰ ਸਕਦੇ ਨੇ। ਇੱਕ ਹੋਰ ਫੈਕਟ ਯਾਦ ਰੱਖਣਾ, ਸਾਰੀ ਹੀ ਜ਼ੋਨਲ ਕਾਉਂਸਲ ਦੇ ਐਕਸ ਆਫੀਸ਼ੀਓ ਚੇਅਰਪਰਸਨ ਹੁੰਦੇ ਨੇ ਹੋਮ ਮਿਨਿਸਟਰ ਸਾਹਿਬ, ਨਾਟ ਦ ਪ੍ਰਾਈਮ ਮਿਨਿਸਟਰ, ਹੋਮ ਮਿਨਿਸਟਰ। ਔਰ ਇੱਕ ਚੀਜ਼ ਯਾਦ ਰੱਖਣੀ ਹੈ, ਕੁਝ ਸਟੇਟ ਦੇ ਵਿੱਚ ਮੈਂ ਦੇਖਿਆ ਸੀ ਪੁੱਛ ਲਿਆ ਕਿੰਨੀ ਜ਼ੋਨਲ ਕਾਉਂਸਲ ਆ, ਤਾਂ ਦੇਖੋ 1956 ਦੇ ਐਕਟ ਰਾਹੀਂ 5 ਜ਼ੋਨਲ ਕਾਉਂਸਲ ਆਈ ਤੇ 1971 ਦੇ ਵਿੱਚ ਨਾਰਥ ਈਸਟਰਨ ਕਾਉਂਸਲ ਅੱਡ ਬਣਾਤੀ। ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਜ਼ੋਨਲ ਕਾਉਂਸਲ 6 ਹੋ ਗਈਆਂ। ਅੱਜ ਵੀ ਸਾਡਾ ਜਵਾਬ ਆਬਜੈਕਟਿਵ 5 ਜ਼ੋਨਲ ਕਾਉਂਸਲ ਹੋਊਗਾ, ਕਿਉਂਕਿ ਜੋ ਨਾਰਥ ਈਸਟ ਦੀ ਕਾਉਂਸਲ ਹੈ ਉਹਨੂੰ ਜ਼ੋਨਲ ਕਾਉਂਸਲ ਦਾ ਨਾਮ ਨਹੀਂ ਦਿੱਤਾ ਗਿਆ। ਇੱਕ ਤਾਂ ਉਹ ਸੈਪਰੇਟ ਐਕਟ ਰਾਹੀਂ ਆ ਰਹੀ ਹੈ, ਦੂਜਾ ਉਹਨੂੰ ਜ਼ੋਨਲ ਕਾਉਂਸਲ ਨਹੀਂ ਸਗੋਂ ਨਾਰਥ ਈਸਟਰਨ ਕਾਉਂਸਲ ਕਿਹਾ ਗਿਆ। ਤਾਂ ਅੱਜ ਵੀ ਜ਼ੋਨਲ ਕਾਉਂਸਲ ਸਾਡੇ ਕੋਲ 5 ਹੀ ਹਨ। So we have to find how many statements are incorrect. So only one statement is incorrect here. Next question. Consider the following statements. The Constitution of India provides for a federal system of government. Yes, sir. Despite unitary biasness, we are having a federal system of governance. Then the term federation has been defined in the Constitution. Definition ਦੀ ਗੱਲ ਛੱਡੋ, ਫੈਡਰੇਸ਼ਨ ਵਰਡ ਦੀ ਵਰਤੋਂ ਵੀ ਨਹੀਂ ਕੀਤੀ ਗਈ ਹੈ। ਅੰਡਰ ਆਰਟੀਕਲ 1 we are not saying that India that is Bharat shall be a federation of state, बल्कि कहा गया है India that is Bharat shall be union of a state. तो federation word not even been used. So here only one statement is correct. Coming to how many of the following statements regarding the residuary power in the Constitution of India are correct? Point 1, residuary powers have been given to the Union Parliament. So yes, ਸਾਡੀ ਜੋ ਰੈਜ਼ੀਡਰੀ ਪਾਵਰ ਹੈ, ਮਤਲਬ ਜੋ ਤਿੰਨੇ ਲਿਸਟ ਦੇ ਵਿੱਚ ਟੌਪਿਕ ਕਿਤੇ ਨਹੀਂ ਲਿਖਿਆ ਗਿਆ ਹੈ, ਉਸ ਤੇ ਲਾਅ ਬਣਾਉਣ ਦੀ ਪਾਵਰ ਪਾਰਲੀਮੈਂਟ ਕੋਲ ਹੈ, ਸਟੇਟ ਕੋਲ ਨਹੀਂ ਹੈ। ਰੈਜ਼ੀਡਰੀ ਪਾਵਰਸ ਅੰਡਰ ਆਰਟੀਕਲ 248 ਬਿਲੋਂਗਸ ਟੂ ਦ ਪਾਰਲੀਮੈਂਟ, not the states. Then in matters of residuary power, the Constitution of India follows the Constitution of Australia. Answer is no. Rather, ये स्कीम बेसिकली कि रेजिडरी पावर आपा पार्लियामेंट में देनी है, एक कैनेडियन कॉन्सेप्ट है। सो वी फॉलो द कैनेडियन सिस्टम, नॉट द ऑस्ट्रेलियन वन। द फाइनल अथॉरिटी टू डिसाइड वेदर a particular matter falls under the residuary power or not is the parliament. कि पार्लियामेंट दे कोल ये फाइनल अथॉरिटी है टू डिसाइड कि रेजिडरी मैटर्स दे विच कोई मैटर फॉल करता है नहीं करता, तो याद रखना है पार्लियामेंट कोल पावर नहीं है। लाइक फाइनल पावर होगी जुडिशरी कोल, वो जुडिशियल रिव्यू हेठ डिसाइड करेंगे कि कोई पर्टिकुलर मैटर रेजिडरी पावर दे विच है या नहीं है। देन the Government of India Act 1935 placed residuary powers in the hands of the Governor General. Historical fact है, याद कर लेना है, residuary power Government of India Act 1935 ਦੇ ਵਿੱਚ ਵੀ Governor General ਦੀ authority ਦੇ ਵਿੱਚ repose ਕੀਤਾ ਗਿਆ ਸੀਗਾ। So here only 2 statements are correct. Last one, with reference to interstate water disputes, how many of the following statements are correct? President may by law provide for the adjudication of any dispute or complaint with respect to the use, distribution, and control of waters of any interstate river and river valley. What is your guess? Correct? हाँ, सेंटर ही तो डिसाइड करता है इंटर स्टेट रिवर वाटर ਨੂੰ। हम पिछली आप क्लास भी गल की ਸੀ ਆਪਾਂ कि इंटर स्टेट रिवर वाटर डिस्प्यूट इज अ यूनियन सब्जेक्ट, नॉट द स्टेट मैटर। बट स्टेटमेंट ਦੇ ਵਿੱਚ ਕੀ ਕਮੀ ਹੈ? सो याद रखना, खासकर पॉलिटी और बाकी सब्जेक्ट ਦੇ ਵਿੱਚ ਵੀ ਇੱਕ ਵਰਡ ਚੇਂਜ ਹੋਣ ਨਾਲ ਹੀ ਸਾਰੀ ਸਟੇਟਮੈਂਟ ਗਲਤ ਹੋ ਸਕਦੀ ਹੈ। ਜਿਵੇਂ ਇੱਥੇ ਵਰਡ ਯੂਜ਼ ਕੀਤਾ ਹੈ ਪ੍ਰੈਜ਼ੀਡੈਂਟ, ਸੋ ਇਟ ਇਜ਼ ਨਾਟ ਦ ਪ੍ਰੈਜ਼ੀਡੈਂਟ, ਰਾਦਰ ਇਟ ਇਜ਼ ਪਾਰਲੀਮੈਂਟ ਬਾਈ ਲਾਅ ਅੰਡਰ ਆਰਟੀਕਲ 262। ਪਾਰਲੀਮੈਂਟ ਬਾਈ ਲਾਅ can provide the mechanism to resolve interstate river water dispute। ਤਾਂ ਪਾਰਲੀਮੈਂਟ ਨੇ interstate river water dispute act ਪਾਸ ਕੀਤਾ ਹੋਇਆ ਹੈ। रेस्ट ऑफ द स्टेटमेंट इज करेक्ट। जे इत्थे बस पार्लियामेंट लिखा होंदा स्टेटमेंट करेक्ट सीगी, क्योंकि प्रेसिडेंट लिखता स्टेटमेंट इज रॉन्ग। देन पार्लियामेंट इनेक्टेड द इंटर स्टेट रिवर वाटर डिस्प्यूट एक्ट 1956 फॉर द एडजुडिकेशन ऑफ इंटरस्टेट वाटर डिस्प्यूट बिटवीन 2 और मोर स्टेट। हाँ जी सर, 1956 द एक्ट याद रखना है।
ਪਾਰਲੀਮੈਂਟ ਦੇਖੋ ਪਹਿਲਾਂ ਆਰਟੀਕਲ 262 ਨੇ ਪਾਰਲੀਮੈਂਟ ਨੂੰ ਇਹ ਪਾਵਰ ਦਿੱਤੀ ਕਿ ਤੁਸੀਂ ਲਾਅ ਰਾਹੀਂ ਇੰਟਰਸਟੇਟ ਰਿਵਰ ਵਾਟਰ ਡਿਸਪਿਊਟ ਨੂੰ ਸੋਲਵ ਕਰਨ ਦਾ ਮੈਕੈਨਿਜ਼ਮ ਬਣਾ ਸਕਦੇ ਹੋ। ਪਾਰਲੀਮੈਂਟ ਨੇ 1956 ਦੇ ਵਿੱਚ ਪਾਸ ਕਰਤਾ ਇੰਟਰ ਸਟੇਟ ਵਾਟਰ ਡਿਸਪਿਊਟ ਐਕਟ, ਜਿਹਦੇ ਰਾਹੀਂ ਗਵਰਨਮੈਂਟ ਆਫ ਇੰਡੀਆ ਨੂੰ ਇਹ ਪਾਵਰ ਦਿੱਤੀ ਹੈ ਕਿ ਤੁਸੀਂ ਟ੍ਰਿਬਿਊਨਲ ਫਾਰਮ ਕਰ ਸਕਦੇ ਹੋ। ਸੋ ਹੁਣ ਗਵਰਨਮੈਂਟ ਆਫ ਇੰਡੀਆ ਕਿਸੇ ਵੀ ਵਾਟਰ ਡਿਸਪਿਊਟ ਵਾਸਤੇ ਸਟੇਟਸ ਵਾਸਤੇ ਉਹ ਟ੍ਰਿਬਿਊਨਲ ਫਾਰਮ ਕਰ ਦੂਗਾ। ਐਕਟ ਦੇ ਵਿੱਚ ਗਵਰਨਮੈਂਟ ਕੋਲੇ ਪਾਵਰ ਹੈ। ਜਿਵੇਂ ਪੰਜਾਬ ਤੇ ਹਰਿਆਣਾ ਦੇ ਵਿਚਕਾਰ ਪਾਣੀ ਦਾ ਡਿਸਪਿਊਟ ਹੈ ਤਾਂ ਦੋਨੋਂ ਸਟੇਟ ਸੈਂਟਰ ਨੂੰ ਅਪਰੋਚ ਕਰਨਗੇ, ਸੈਂਟਰ ਫਿਰ ਟ੍ਰਿਬਿਊਨਲ ਬਣਾ ਸਕਦਾ ਹੈ। ਮਤਲਬ ਫॉर एग्जांपल ਆਪਾਂ ਗੱਲ ਕਰ ਰਹੇ ਹਾਂ। ਦੈਨ okay, this statement is correct. Third, the first interstate water dispute tribunal was the Krishna Water Dispute Tribunal in 1969. Historical fact है, UPSC पूछ भी चुके हैं एक बारी, तो आप याद कर लवेंगे। पहला water dispute Krishna. So here only two statements are correct. Okay, before going, एक information और ਆਪਾਂ ਪੋਸਟਾਂ ਦੀ ਵਾਧੇ ਦੀ ਗੱਲ ਕੀਤੀ ਹੈ। ਇਹਦੇ ਨਾਲ ਹੀ ਇਹ ਵੀ ਯਾਦ ਰੱਖਣਾ ਹੈ ਕਿ ਨਵੇਂ ਫਾਰਮ ਜਾਂ ਫਾਰਮ ਭਰਨ ਦੀ ਨਵੀਂ ਸਕੀਮ ਨਹੀਂ ਦਿੱਤੀ ਜਾ ਰਹੀ ਹੈ। ਹਾਂ, ਇੱਕ ਨਵੀਂ ਕੈਟੇਗਰੀ ਐਡ ਕੀਤੀ ਗਈ ਹੈ, that is वाल्मीकि और मजहबी सिख स्पोर्ट्स पर्सन। आई रिपीट, वाल्मीकि मजहबी सिख स्पोर्ट्स पर्सन। क्योंकि ਇਹ ਨਵੀਂ ਕੈਟੇਗਰੀ ਐਡ ਕੀਤੀ ਹੈ ਤਾਂ ਫਿਰ ਇਸ ਕੈਟੇਗਰੀ ਦੇ ਵਿੱਚ ਫਾਲ ਕਰ ਰਹੇ ਐਸਪੀਰੈਂਟਸ ਨੂੰ ਫਾਰਮ ਭਰਨ ਦੀ ਨਵੀਂ ਲਾਈਨ ਓਪਨ ਕੀਤੀ ਜਾਊਗੀ। ਇਹ ਨਵੇਂ ਸਿਰੇ ਤੋਂ ਫਾਰਮ ਭਰ ਸਕਦੇ ਨੇ। ਇਸ ਤੋਂ ਇਲਾਵਾ ਜਿੰਨੀ ਵੀ ਕੈਟੇਗਰੀਜ਼ ਹੈ ਅਨਰਿਜ਼ਰਵਡ ਸੀਟਸ ਹੈ ਉਸ ਤੇ ਨਵੇਂ ਫਾਰਮ ਭਰਨ ਦੇ ਲਈ ਲਿੰਕ ਓਪਨ ਨਹੀਂ ਹੋਊਗਾ। ਬਟ ਹਾਂ, ਉਹ ਸਾਰੇ ਐਸਪੀਰੈਂਟ ਜਿਨ੍ਹਾਂ ਨੇ ਲਾਸਟ ਡੇਟ ਤੋਂ ਪਹਿਲਾਂ ਆਪਣੇ ਫਾਰਮ ਦੀ ਦੋਨੋਂ ਸਟੇਜਸ ਕੰਪਲੀਟ ਕਰ ਦਿੱਤੀਆਂ ਸੀਗੀਆਂ, ਮਤਲਬ ਜਨਰਲ ਇਨਫੋਰਮੇਸ਼ਨ ਵੀ ਭਰਤੀ ਸੀਗੀ ਤੇ ਨਾਲ ਹੀ ਫੋਟੋ ਤੇ ਸਿਗਨੇਚਰ ਵੀ ਅਪਲੋਡ ਕਰ ਦਿੱਤਾ ਸੀਗਾ, ਤਾਂ ਫਾਰਮ ਉਹ ਕੰਪਲੀਟ ਕਰ ਚੁੱਕੇ ਨੇ ਬਟ ਕਿਸੇ ਵੀ ਕਾਰਨ ਕਰਕੇ ਉਹ ਫੀ ਸਬਮਿਟ ਨਹੀਂ ਕਰ ਪਾਏ ਸੀਗੇ। ਤਾਂ ਹੁਣ 3 ਸਤੰਬਰ ਤੋਂ 14 ਸਤੰਬਰ ਤੱਕ ਇਹਨਾਂ ਐਸਪੀਰੈਂਟਸ ਵਾਸਤੇ ਲਿੰਕ ਓਪਨ ਹੋਊਗਾ। ਇਹ ਆਪਣਾ ਲੌਗਇਨ ਆਈਡੀ ਪਾਸਵਰਡ ਯੂਜ਼ ਕਰਕੇ ਪਲੇਟਫਾਰਮ ਤੇ ਜਾ ਕੇ ਹੁਣ ਫੀ ਸਬਮਿਟ ਕਰ ਸਕਦੇ ਨੇ। ਤਾਂ ਕੋਈ ਵੀ ਜੇ ਇਦਾਂ ਦਾ ਐਸਪੀਰੈਂਟ ਹੈ ਜੋ ਕਿਸੇ ਕਾਰਨ ਕਰਕੇ ਫੀ ਨਹੀਂ ਸਬਮਿਟ ਕਰ ਪਾਇਆ ਸੀਗਾ, ਹੁਣ ਉਹਨਾਂ ਕੋਲ ਮੌਕਾ ਹੈ ਕਿ ਉਹ ਫੀ ਸਬਮਿਟ ਕਰ ਸਕਦੇ ਨੇ। ਵੈਲ, that will be all for today. Thank you so much.